ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਉੱਗੇ ਸਿੱਖ ਵਿਦਵਾਨ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ। ਲਾਂਬਾ ਸਾਹਿਬ ਜੀ ਆਇਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ, ਦੇਸ਼ ਦੇ ਪ੍ਰਧਾਨ ਮੰਤਰੀ ਤੇ ਹੋਰ ਵੱਡੀ ਲੀਡਰਸ਼ਿਪ ਕਹਿੰਦੀ ਕਾਂਗਰਸ ਦੀਆਂ ਗਲਤੀਆਂ ਕਰਕੇ ਕਰਤਾਰਪੁਰ ਸਾਹਿਬ ਉਧਰ ਰਹਿ ਗਏ ਸਿੱਖਾਂ ਦੇ ਧਰਮ ਸਥਾਨ। BBMBA ਦੀ ਗੱਲ ਹੀ ਕਿਉਂ ਛੁੜੇ? ਭਾਖੜਾ ਨੰਗਲ ਡੈਮ ਦੇ ਮਸਲੇ ਕਾਹ ਤੋਂ ਪੈਦਾ ਹੋਣ? ਗੱਲ ਰਾਜਧਾਨੀ ਤੇ ਗੱਲ ਕਿਉਂ ਨਹੀਂ ਜਾ ਕੇ ਮੁੱਕਦੀ? ਆਹ ਇਤਿਹਾਸ ਤੋਂ ਝਾਤੀ ਮਾਰੀਏ ਤਾਂ ਇੰਜ ਲੱਗਦਾ ਜਿਵੇਂ ਨਹਿਰੂ ਤਾਰਾ ਸਿੰਘ ਪੈਕਟ, ਬਾਅਦ ਦੇ ਵਿੱਚ ਰਾਜੀਵ ਲੋਂਗੋਵਾਲ ਅਕਾਰਡ, ਕਈ ਚੀਜ਼ਾਂ ਅਸੀਂ ਪਿਛਾਂਹ ਛੱਡ ਆਏ ਆ। ਕਿੰਨੇ ਸਮਝੌਤੇ ਹੋਏ, ਕੌਣ ਮੰਨਦਾ ਹੈ ਸਾਨੂੰ? ਆ ਜਿਹੜੇ ਵੇਲੇ ਵੇਲੇ ਨਾਲ ਆਪਣੀ ਗੱਲ ਕਹਿ ਜਾਂਦੇ ਨੇ, ਕਹਿੰਦੇ ਅਸੀਂ ਬੜੇ ਹਤੈਸ਼ੀ ਆ, ਲੇਕਿਨ ਜੇ ਪ੍ਰੈਕਟਿਸ ਦੇ ਆਧਾਰ ਤੇ ਦੇਖੀਏ ਕਿਤੇ ਵੀ ਇਨਸਾਫ ਨਹੀਂ ਮਿਲਦਾ। ਅੱਜ ਵੀ ਲੰਗੜਾ ਜਿਹਾ ਸੂਬਾ ਬਿਨਾਂ ਰਾਜਧਾਨੀਓ ਤੇ ਰੌਲੇ ਪੈਂਦੇ ਆ, ਆਖਿਰ ਰਾਜਧਾਨੀ 'ਚ ਸਾਡੇ ਬੰਦੇ ਨਹੀਂ ਲਾਉਂਦੇ, ਸਾਡੇ ਭਾਖੜਾ ਨੰਗਲ ਡੈਮ ਦੇ ਵਿੱਚ ਮੈਂਬਰ ਨਹੀਂ ਲਾਉਂਦੇ, ਉਹ ਸਾਡੀ ਭਾਈ ਉੱਥੋਂ CISF ਲਾਤੀ, ਪੰਜਾਬ ਪੁਲਿਸ ਬਾਹਰ ਨੂੰ ਕੱਢਤੀ। ਦਾਵਾ ਕਾਹਦਾ ਹੈ? ਕਦੇ ਕਹਿੰਦੇ ਰੂਰਲ ਡਿਵੈਲਪਮੈਂਟ ਫੰਡ ਦਾ 1200 ਕਰੋੜ ਰੋਕ ਲਿਆ, ਰੋਣੇ ਕਾਹਦੇ? ਇਹ ਸਾਰੀਆਂ ਧਿਰਾਂ ਇੱਕੋ ਜੀਆਂ। ਕੇਂਦਰ, ਮੈਨੂੰ ਇੰਝ ਲੱਗਦਾ ਕੇਂਦਰ ਕਿਸੇ ਵੀ ਰੂਪ ਚ ਆਉਂਦਾ ਹੈ, ਭਾਵੇਂ ਭਾਰਤੀ ਜਨਤਾ ਪਾਰਟੀ, ਭਾਵੇਂ ਉਹ ਕਾਂਗਰਸ ਜਾਂ ਕਿਸੇ ਵੀ ਹੋਰ ਰੂਪ ਚ, ਕਦੇ ਵੀ ਸੁਖਾਵਾਂ ਜਿਹਾ ਨਹੀਂ ਰਹਿੰਦਾ। ਆਖਰ ਇਹ ਹੱਦੇ ਤੇ ਸਹੱਦੇ ਕਿਹੋ ਜਿਹਾ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਮੈਨੂੰ ਦੱਸਿਓ ਕਿ ਆ ਜਿਹੜੀ 86 ਦੇ ਵਿੱਚ 1986 ਦੇ ਵਿੱਚ ਚੰਡੀਗੜ੍ਹ ਮਿਲਦਾ ਰਹਿ ਗਿਆ ਸੀ। ਰਾਜੀਵ ਲੋਂਗੋਵਾਲ ਸਮਝੌਤੇ ਦੀ ਮੱਦ ਚ ਸੁਣਿਆ ਸੀ ਵੀ ਮਿਲਣਾ ਸੀ, ਤੁਸੀਂ ਕੁਝ ਹੋਰ ਕਹਿੰਦੇ ਹੋ ਲਾਂਬਾ ਸਾਹਿਬ। ਅਖੇ ਇਹ ਤਾਂ ਕੈਪੀਟਲ ਏਰੀਆ ਸੀਗਾ, ਲੋਕ ਚੰਡੀਗੜ੍ਹ ਕਹਿੰਦੇ ਸੀ, ਮਿਲਿਆ ਕਿ ਮਿਲਿਆ, ਤਨਖਾਹਾਂ ਦਿੱਤੀਆਂ ਜਾ ਚੁੱਕੀਆਂ ਸੀ। ਮੈਨੂੰ ਸਮਝਾਇਓ ਜ਼ਰਾ, ਮੇਰੀ ਅਧੂਰੀ ਜਾਣਕਾਰੀ ਨੂੰ ਆਧਾਰ ਨਾ ਬਣਾਇਓ, ਤੁਸੀਂ ਆਪਣੇ ਜਿਹੜੇ ਇਤਿਹਾਸਕ ਤੱਥ ਫਰੋਲਿਓ ਜ਼ਰਾ, ਮੇਰਾ ਦਿਲ ਕਰਦਾ ਮੈਂ ਸੁਣਾ ਇੱਕ ਵਾਰੀ। ਰੰਧਾਵਾ ਸਾਹਿਬ, ਬਹੁਤ ਬਹੁਤ ਧੰਨਵਾਦ। ਔਰ ਘੱਟੋ ਘੱਟ ਮੈਂ ਇਹ ਕਹਿ ਸਕਦਾ ਆਪਣੇ ਦਿਲੋਂ ਕਿ ਤੁਸੀਂ ਇਸ ਮਸਲੇ ਨੂੰ ਛੇੜ ਕੇ, ਜਿੱਥੇ ਕੋਈ ਇਸ ਨੂੰ ਗੱਲ ਕਰਨ ਲਈ ਤਿਆਰ ਨਹੀਂ, ਕਿਉਂਕਿ ਇਹਦੇ ਵਿੱਚ ਜਿਹੜੀਆਂ ਧਿਰਾਂ ਹਨ, ਸਿੱਖ ਪੰਥ ਦੀਆਂ ਜਿਹੜੇ ਨੁਮਾਇੰਦਾ ਜਮਾਤਾਂ ਉਹ ਹਨ, ਜਾਂ ਸਰਕਾਰੀ ਧਿਰ ਹੈ ਜਾਂ ਵਿਰੋਧੀ ਧਿਰ ਹੈ, ਉਹ ਸਾਰਿਆਂ ਦੀ ਰਗ ਇੱਕ ਹੈ, ਕੋਈ ਫਰਕ ਨਹੀਂ ਹੈ। ਜਿੱਥੇ ਤੱਕ ਸਵਾਲ ਸਿੱਖਾਂ ਦਾ ਹੈ, ਉਹਦੇ ਲਈ ਸਾਰੀਆਂ ਧਿਰਾਂ ਫਿਰ ਇਕੱਠੀਆਂ ਹੋ ਜਾਂਦੀਆਂ ਨੇ, ਇਹ ਪੱਕੀ ਗੱਲ ਹੈਗੀ ਹੈ। ਹੁਣ ਜਿਹੜਾ ਜਿਸ ਸਮਝੌਤੇ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ 24 ਜੁਲਾਈ 1985 ਨੂੰ ਹੋਇਆ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੋਂਗੋਵਾਲ ਦੇ ਵਿਚਕਾਰ ਹੋਇਆ। ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਦੇਖੋ, ਉਸ ਵੇਲੇ ਲੜ ਰਹੀਆਂ ਧਿਰਾਂ, ਕੋਈ ਜਿਹੜੀ ਵਾਇਲੈਂਸ ਹੈ ਜਿਹਦੇ ਹਵਾਲਾ ਦੇ ਕੇ ਕੀਤਾ ਗਿਆ, ਅਕਾਲੀ ਦਲ ਤਾਂ ਕੋਈ ਵਾਇਲੈਂਸ ਕਰ ਨਹੀਂ ਸੀ ਰਿਹਾ। ਜਿਹੜੀਆਂ ਧਿਰਾਂ ਲੜ ਰਹੀਆਂ ਸਨ ਉਹਨਾਂ ਨਾਲ ਸਮਝੌਤਾ ਨਹੀਂ ਹੋਇਆ। ਸਮਝੌਤਾ ਹੋਇਆ ਜਿਹੜੀ ਧਿਰ ਸ਼ਾਂਤ ਬੈਠੀ ਔਰ ਪਹਿਲਾਂ ਹੀ ਤਿਆਰ ਹੈਗੀ ਹੈ ਕਿਸੇ ਵੀ ਸ਼ਰਤ ਤੇ ਸਮਝੌਤਾ ਕਰਨ ਲਈ। ਸੋ ਇਹੀ ਹਸ਼ਰ ਰਾਜੀਵ ਗਾਂਧੀ ਨੇ ਜਦੋਂ ਲੰਕਾ ਦੀ ਗੱਲ ਚੱਲ ਰਹੀ ਸੀ, ਉਹਨਾਂ ਦੀ ਚੱਲ ਰਹੀ, ਤੇ ਉਹ ਸਮਝੌਤਾ ਸਰਕਾਰ ਨਾਲ ਕੀਤਾ, ਲੜਨ ਵਾਲੀਆਂ ਧਿਰਾਂ ਬਾਹਰ ਸੀ। ਸੋ ਇਹਨਾਂ ਦੋਨਾਂ ਸਮਝੌਤਿਆਂ ਦਾ ਹਸ਼ਰ ਜਿਹੜਾ ਹੈ ਉਹ ਸਾਹਮਣੇ। ਦੂਸਰੀ ਗੱਲ, ਸਰਕਾਰ ਕਿੰਨੀ ਕਾਹਲੀ ਸੀ ਇਹ ਸਮਝੌਤਾ ਕਰਨ ਵਿੱਚ, ਔਰ ਅਕਾਲੀ ਕਿੰਨੇ ਕਾਹਲੇ ਸੀ ਇਹ ਸਮਝੌਤਾ ਕਰਨ ਵਿੱਚ, ਇਸ ਤੋਂ ਅੰਦਾਜ਼ਾ ਲੱਗਦਾ ਹੈ। 24 ਜੁਲਾਈ 1985 ਨੂੰ ਇਹ ਸਮਝੌਤਾ ਹੁੰਦਾ ਹੈ ਔਰ ਉਸੇ ਦਿਨ ਹੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋ ਜਾਂਦਾ। ਯਾਨੀ ਇਤਨੀ ਫੁਰਤੀ ਤਾਂ ਸ਼ਾਇਦ ਜਿਹੜੀ ਹੈ ਕਦੇ ਦੇਖੀ ਨਹੀਂ ਗਈ ਕਿ ਉਸੇ ਦਿਨ ਇਹ ਸਮਝੌਤਾ ਹੋ ਜਾਂਦਾ। ਸਰਕਾਰ ਔਰ ਜਿਹੜੀ ਅਕਾਲੀ ਦਲ ਹੈ, ਅਕਾਲੀ ਦਲ ਨੂੰ ਉਸ ਵੇਲੇ ਜੋ ਬਰਨਾਲਾ ਜੀ ਜਿਹੜੇ ਸੀਗੇ, ਉਹਨਾਂ ਨੂੰ ਨਜ਼ਰ ਆ ਰਿਹਾ ਸੀਗਾ ਸਾਡੀ ਸਰਕਾਰ ਬਣੇਗੀ, ਝੰਡੀ ਵਾਲੀ ਕਾਰ ਹੈ। ਦੂਜੇ ਪਾਸੇ ਸਰਕਾਰ ਨੂੰ ਸੀਗਾ ਕਿ ਅਸੀਂ ਘੱਟੋ ਘੱਟ ਇੱਕ ਵਾਰੀ ਇਹਨਾਂ ਨੂੰ ਬਿਠਾ ਕੇ ਆਪਣੀ ਮਰਜ਼ੀ ਦੀ ਸਰਕਾਰ ਚਲਾਵਾਂਗੇ, ਬਾਅਦ ਵਿੱਚ ਅਸੀਂ ਆਪਣੀ ਕਰਨੀ ਤੇ ਕਰਨੀ ਹੈ। ਮਗਰ ਇੱਕ ਗੱਲ ਹੋਰ ਹੈ ਕਿ ਜਿਹੜਾ ਇਹ ਸਮਝੌਤਾ ਕੀਤਾ ਗਿਆ, ਮੈਂ ਪੂਰੀ ਜ਼ਿੰਮੇਵਾਰੀ ਦੇ ਨਾਲ, ਔਰ ਜਿੰਨਾ ਕੁ ਮੈਂ ਪੜ੍ਹਿਆ ਸਮਝਿਆ, ਇਸ ਤੋਂ ਵੱਧ ਸਿੱਖ ਵਿਰੋਧੀ ਸਮਝੌਤਾ ਨਹੀਂ ਹੋ ਸਕਦਾ, ਬਿਲਕੁਲ ਨਹੀਂ ਹੋ ਸਕਦਾ। ਹੁਣ ਵਾਹਿਗੁਰੂ ਦੀ ਜੀ, ਹੁਣ ਗੁਰੂ ਦੀ ਅਦ੍ਰਿਸ਼ ਕਲਾ ਵਾਪਰੀ ਕਿ ਇਹ ਸਮਝੌਤਾ ਸਿਰੇ ਨਹੀਂ ਚੜਿਆ। ਸਿਰਫ ਅਗਰ ਇੱਕ ਮਾਦੀ ਲੈ ਲਈ ਜਾਏ, ਜਿਹੜੀ ਕਿ ਤੁਸੀਂ ਚੰਡੀਗੜ੍ਹ ਦੀ ਗੱਲ ਕੀਤੀ ਹੈ, ਔਰ ਆਮ ਇਹ ਪ੍ਰਚਾਰਿਆ ਗਿਆ ਜੀ ਚੰਡੀਗੜ੍ਹ ਮਿਲਦਾ ਸੀ, ਦੇਣਾ ਚਾਹੀਦਾ ਸੀ। ਇਹ ਮੇਰੇ ਕੋਲ ਰੰਧਾਵਾ ਸਾਹਿਬ ਇਸ ਸਮਝੌਤੇ ਦੀ ਸਰਕਾਰੀ ਛਪੀ ਹੋਈ ਕਾਪੀ ਹੈਗੀ ਹੈ। ਇਹਦੇ ਵਿੱਚ ਇਹਦੇ ਵਿੱਚ ਹੈਗਾ ਕਿ ਲੋਂਗੋਵਾਲ ਅਕਾਰਡ ਇਹਨਾਂ ਨੇ ਸਾਰੀਆਂ ਜ਼ਬਾਨਾਂ ਦੇ ਵਿੱਚ ਭਾਰਤ ਸਰਕਾਰ ਨੇ ਛਾਪਿਆ, ਔਰ ਜਿਹਦੇ ਤੇ ਹਰਚੰਦ ਸਿੰਘ ਲੋਂਗੋਵਾਲ ਤੇ ਰਾਜੀਵ ਗਾਂਧੀ ਦੋਨਾਂ ਦੇ ਤਸਵੀਰਾਂ ਦੇ ਕੇ ਇਹਨਾਂ ਨੇ ਛਾਪਿਆ ਹੈਗਾ। ਹੁਣ ਇਸ ਦੇ ਵਿੱਚ ਜੇ ਤੁਸੀਂ ਅਗਰ ਦੇਖੋ, ਮੈਂ ਸਿਰਫ ਅਗਰ ਇੱਕ ਜਿਹੜੀ ਮੱਧ ਹੈ ਚੰਡੀਗੜ੍ਹ ਵਾਲੀ, ਇਲਾਕਿਆਂ ਵਾਲੀ,
ਅਗਰ ਉਹ ਹੀ ਮੈਂ ਪੜ੍ਹ ਦਿਆਂ, ਮਗਰ ਉਸ ਤੋਂ ਪਹਿਲੇ ਮੈਂ ਇੱਕ ਬੜਾ ਦਿਲਚਸਪ ਵਾਕਿਆ ਹੈ। ਇਹ ਸਮਝੌਤੇ ਤੋਂ ਪਹਿਲੇ ਦਿੱਲੀ ਦੇ ਵਿੱਚ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਨੇ ਪੰਜਾਬ ਤੋਂ ਬਾਹਰਲੇ ਸਿੱਖਾਂ ਦੀ ਇੱਕ ਮੀਟਿੰਗ ਬੁਲਾਈ ਸੀ ਪ੍ਰਾਈਮ ਮਿਨਿਸਟਰ ਹਾਊਸ ਵਿੱਚ। ਇਹ ਆਮ ਹੁੰਦਾ ਹੈ ਕਿ ਪ੍ਰਾਈਮ ਮਿਨਿਸਟਰ ਨੇ ਜਦੋਂ ਕਰਨਾ ਹੁੰਦਾ ਹੈ ਤੇ ਜਿਹੜੇ ਕੁਝ ਹਾਂ ਪੱਖੀ ਸਿੱਖ ਹੁੰਦੇ ਆ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਰਜ਼ਾਮੰਦੀ ਲੈਂਦੇ। ਰਾਜੀਵ ਗਾਂਧੀ ਨੇ ਵੀ ਬੁਲਾ ਲਈ ਪੰਜਾਬ ਤੋਂ ਬਾਹਰਲੇ ਸਿੱਖ, ਪੰਜਾਬ ਵਾਲੇ ਨਹੀਂ ਸੱਦੇ ਉਸ ਵੇਲੇ, ਕਿਉਂਕਿ ਉਸ ਵੇਲੇ ਉਹਨਾਂ ਦੀ ਸੁਰ ਤਿੱਖੀ ਸੀ। ਤੇ ਉਹਦੇ ਵਿੱਚ ਸਾਰੇ ਹਿੰਦੁਸਤਾਨ ਤੋਂ, ਬਿਹਾਰ, ਯੂਪੀ, ਬੰਗਾਲ, महाराष्ट्र, सारी ਥਾਂ ਤੋਂ ਸਿੱਖ ਆਏ और सारे ही हाँ ये सिख पंजाब के बड़ा गलत कर रहे हैं, ये बोल रहे हैं, फलाना बोल रहे हैं, गलत करते हैं, करते ही ऐसे हैं। ਉਹਦੇ ਵਿੱਚ ਇੱਕ ਗੁਰਬਚਨ ਸਿੰਘ ਨਿਧੜਕ ਸੀਗੇ ਬੰਬੇ ਦੇ, ਉਹ ਬੜੇ ਵਾਕਈ ਨਾਮ ਹੀ ਨਿਧੜਕ ਸੀ ਤੇ ਹੈ ਵੀ ਉਹ ਨਿਧੜਕ ਹੀ ਸਨ। ਤੇ ਉਹ ਖੜੇ ਹੋਏ, ਕਹਿੰਦੇ ਜਿਹੜਾ ਐਗਜ਼ੈਕਟ ਉਹਨਾਂ ਦਾ ਤੌਰ ਤਰੀਕਾ ਸੀ, ਕਹਿੰਦੇ ਦੇਖੋ ਰਾਜੀਵ ਬਾਬੂ, ਉਹ ਸਾਰਿਆਂ ਦੇ ਕੰਨ ਖੜੇ ਹੋ ਗਏ ਕਿ ਐਡਰੈਸ ਕਿੱਦਾਂ ਕਰ ਰਿਹਾ, ਮੁਖਾਤਬ ਕਿੱਦਾਂ ਹੋ ਰਿਹਾ। ਕਹਿੰਦਾ देखिए राजीव बाबू, आप मसला हल कर सकते, आप करते नहीं हो। वो कहता है मैं क्या कर सकता हूं बताइए। कहता है देखिए पंजाब वाले आपके पास आते हैं कि साहब हमारी कमीज दे दीजिए, आपने ली हुई है। कहता है आप उनको 2 घंटे खड़ा करते हो, उसके बाद उनकी कमीज देते हो, उनका पजामा उतार लेते हो। कहते वो फिर खड़े रहते हैं, फिर वो 2 घंटे खड़ा करके उनका पजामा देते हो, उनकी पगड़ी उतार लेते हो। कहता जो देना है आप एक बार दीजिए और इनको घर जाने दीजिए, आप भी आराम से सोइए। बिल्कुल हू बहू यही होया। बड़ी दिलचस्प है, मैं सुनी सुनाई नहीं, अगर मैं एग्जैक्ट पढ़ांगा ਉਹਦੇ ਵਿੱਚ 2 ਗੱਲਾਂ ਬੜੀਆਂ ਦਿਲਚਸਪ ਹੈ ਸਮਝੌਤੇ ਦੀਆਂ। ਜਿਹੜੇ ਸਾਡੇ ਆਗੂ ਸਮਝੌਤਾ ਕਰਕੇ ਆਏ ਉਹਨਾਂ ਨੂੰ ਪੁੱਛ ਕੇ ਵੇਖਿਆ ਜਾਏ ਕਿ ਤੁਸੀਂ ਹੈਗੇ ਹੋ, ਦੱਸੋ ਕੀ ਕਰਕੇ ਆਏ ਹੋ। ਉਹਦੇ ਵਿੱਚ ਇਹ ਲਿਖਿਆ ਗਿਆ ਕਿ ਇੰਦਰਾ ਗਾਂਧੀ ਦਾ ਇਹ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ ਦਿੱਤਾ ਜਾਏਗਾ। ਉਹ ਕਿਵੇਂ ਦਿੱਤਾ ਜਾਏਗਾ ਉਹ ਮੈਂ ਥੋੜੀ ਜਿਹੀ ਵਿਸਥਾਰ ਸਹਿਤ। ਫਿਰ ਉਹਦੇ ਵਿੱਚ ਲਿਖਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਹਿੰਦੀ ਰੀਜਨ ਦੇ ਇਲਾਕੇ ਸ਼ਾਮਲ ਕੀਤੇ ਗਏ ਸੀਗੇ ਪੰਜਾਬ ਦੇ ਵਿੱਚ, ਉਹ ਚੰਡੀਗੜ੍ਹ ਵਿੱਚ ਉਹ ਵਾਪਸ ਹਰਿਆਣਾ ਨੂੰ ਦਿੱਤੇ ਜਾਣਗੇ। ਯਾਨੀ ਚੰਡੀਗੜ੍ਹ ਨਹੀਂ ਦੇ ਰਹੇ, ਉਹਦੇ ਵਿੱਚੋਂ ਫਿਰ ਇਲਾਕੇ ਕੱਟ ਕੇ ਦੇ ਦਿੱਤੇ ਜਾਣਗੇ ਹਰਿਆਣਾ ਨੂੰ। ਔਰ ਨਾਲ ਹੀ ਇਹ ਵੀ ਕੀਤਾ ਗਿਆ, ਕਿਉਂਕਿ ਇੰਦਰਾ ਗਾਂਧੀ ਹਮੇਸ਼ਾ ਕਹਿੰਦੀ ਰਹੀ ਹੈ ਕਿ ਜੇ ਪੰਜਾਬ ਨੂੰ ਚੰਡੀਗੜ੍ਹ ਮਿਲੇਗਾ ਤੇ ਇਹਦੇ ਬਦਲੇ ਫਿਰ ਹੋਰ ਕੁਝ ਇਲਾਕੇ ਜਿਹੜੇ ਅਸੀਂ ਹਰਿਆਣੇ ਨੂੰ ਦਿਆਂਗੇ। ਉਹ ਫਜ਼ਲਕਾ ਵਗੈਰਾ ਵੀ ਦੇ ਦਿੱਤਾ। ਯਾਨੀ ਇੱਕ ਐਸਾ ਸਮਝੌਤਾ ਕੀਤਾ ਗਿਆ ਜਿਸ ਨੂੰ ਉਹਨੇ ਖੁਸ਼ਵੰਤ ਸਿੰਘ ਨੇ ਕਿਹਾ ਸੀ, ਮੱਝ ਵੇਚ ਕੇ ਖੋਤੀ ਲਈ, ਦੁੱਧ ਪੀਣੋਂ ਗਏ ਲਿੱਦ ਚੁੱਕਣੀ ਪਈ। ਇਹ ਜਿਹੜਾ ਸਮਝੌਤਾ, ਹੁਣ ਮੈਂ ਇਹਦੀ ਐਗਜ਼ੈਕਟ ਅਗਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਪੜ੍ਹ ਦਿਆਂ। ਇਹ ਲਿਖਿਆ, ਹਾਂ ਇਹ ਲਿਖਿਆ ਜੀ ਕਿ ਇਲਾਕਾਈ ਦਾਅਵੇ, ਚੰਡੀਗੜ੍ਹ ਦਾ ਕੈਪੀਟਲ ਪ੍ਰੋਜੈਕਟ ਏਰੀਆ ਪੰਜਾਬ ਦੇ ਹਵਾਲੇ ਕੀਤਾ ਜਾਏਗਾ। ਚੰਡੀਗੜ੍ਹ ਨਹੀਂ ਹੈ, ਚੰਡੀਗੜ੍ਹ ਦਾ ਕੈਪੀਟਲ ਪ੍ਰੋਜੈਕਟ ਏਰੀਆ। ਇਹ ਸਮਝੌਤਾ ਲਿਖਣ ਵਾਲੇ ਉਹਨਾਂ ਚੋਂ ਇੱਕ ਸੱਜਣ ਨਾਲ ਮੇਰੀ ਗੱਲ ਹੋ ਰਹੀ ਸੀ। ਮੈਂ ਕਿਹਾ ਸਰ ਸਾਹਿਬ ਤੁਸੀਂ ਇਹ ਲਿਖ ਕੇ ਆਇਓ। ਕਹਿੰਦੇ ਚੰਡੀਗੜ੍ਹ ਤੇ ਸਾਨੂੰ ਮਿਲ ਗਿਆ ਸੀਗਾ। ਮੈਂ ਕਿਹਾ ਨਹੀਂ ਮਿਲਿਆ, ਉਹਦੇ ਹੀ ਲਿਖਿਆ ਚੰਡੀਗੜ੍ਹ ਪ੍ਰੋਜੈਕਟ ਏਰੀਆ। ਕਹਿੰਦੇ ਉਹ ਕੀ ਹੁੰਦਾ? ਮੈਂ ਕਿਹਾ ਪੜ੍ਹੋ। ਚੰਡੀਗੜ੍ਹ ਕੈਪੀਟਲ ਪ੍ਰੋਜੈਕਟ ਏਰੀਆ ਦਾ ਮਤਲਬ ਇਹ ਹੋ ਗਿਆ ਉਹਦੇ ਵਿੱਚੋਂ ਹਰਿਆਣੇ ਦੇ ਇਲਾਕੇ ਜਿਹੜੇ ਹਿੰਦੀ ਰੀਜਨ ਦੇ ਕੱਢ ਦਿਓ, ਚੰਡੀਗੜ੍ਹ ਤੁਹਾਨੂੰ ਮਿਲੇਗਾ। ਚੰਡੀਗੜ੍ਹ ਦਾ ਇੰਡਸਟਰੀਅਲ ਏਰੀਆ, ਚੰਡੀਗੜ੍ਹ ਦਾ 에ਅਰਪੋਰਟ, ਚੰਡੀਗੜ੍ਹ ਦਾ ਰੇਲਵੇ ਸਟੇਸ਼ਨ, ਚੰਡੀਗੜ੍ਹ ਦੀ ਔਕਟਰਾ, ਇਹ ਹਰਿਆਣੇ ਨੂੰ ਜਾਏਗੀ। ਮੈਂ ਕਿ ਇਹ ਨਹੀਂ ਆਪਾਂ ਨੂੰ ਹੈਜੀਟੇਸ਼ਨ ਕਾਦੀ ਨਾ ਵੀ ਲੈਨੇ ਆ ਸਰਦਾਰ ਨਹੀਂ ਚਲੋ ਬਣੇ ਹੈਗੇ ਹੋਰ ਵੀ ਜਿਹੜੇ ਵੀ ਗਏ ਉਹਨਾਂ ਨੇ ਉਸ ਹਿਸਾਬ ਨਾਲ ਲਿਆਂਦੇ। ਤੇ ਉਹ ਸਰ ਪ੍ਰਿਤਪਾਲ ਸਿੰਘ ਜੀ ਨਾਲ ਗੱਲ ਹੋਈ ਕਪੂਰ ਸਾਹਿਬ ਨਾਲ, ਉਹ ਕਹਿੰਦੇ ਕਿ ਹਾਂ ਮੈਨੂੰ ਨਹੀਂ ਪਤਾ। ਔਰ ਵਾਕਈ ਜਿਹਨੂੰ ਵੀ ਕੀਤੀ ਗਈ ਇਹ ਗੱਲ, ਮੇਰਾ ਖਿਆਲ ਹੈ ਇਸ ਨੂੰ ਕਿਸੇ ਪਲੇਟਫਾਰਮ ਦੇ ਉੱਤੇ ਚੁੱਕਿਆ ਨਹੀਂ ਗਿਆ। ਮੈਂ ਸਿਰਫ ਇੱਕ ਕਲਾਸ ਦੀ ਗੱਲ ਕਰ ਰਿਹਾ, ਮੈਂ ਇਹਨੂੰ ਪੂਰਾ ਪੜ੍ਹ ਲਵਾਂ ਤੇ ਜ਼ਿਆਦਾ ਕਲੀਅਰ ਹੋ ਜਾਏਗਾ, ਕਿਉਂਕਿ ਹੁਣ ਜਦੋਂ ਬਿੱਲੀ ਥੈਲੇ ਚੋਂ ਬਾਹਰ ਆਈ ਹੈ ਉਹਦੇ 'ਚ ਹੈਗਾ ਜੀ ਚੰਡੀਗੜ੍ਹ ਦਾ ਕੈਪੀਟਲ ਪ੍ਰੋਜੈਕਟ ਏਰੀਆ ਪੰਜਾਬ ਦੇ ਹਵਾਲੇ ਕੀਤਾ ਜਾਏਗਾ। ਕੁਝ ਨਾਲ ਲੱਗਦੇ ਇਲਾਕੇ ਜਿਹੜੇ ਪਹਿਲਾਂ ਹਿੰਦੀ ਜਾਂ ਪੰਜਾਬੀ ਹਲਕੇ ਦੇ ਇਲਾਕੇ ਸਨ, ਕੇਂਦਰ ਪ੍ਰਬੰਧਿਤ ਪ੍ਰਦੇਸ਼ ਵਿੱਚ ਸ਼ਾਮਲ ਕੀਤੇ ਗਏ ਸਨ। ਰਾਜਧਾਨੀ ਹਲਕੇ ਦੇ ਪੰਜਾਬ ਨੂੰ ਜਾਣ ਵਾਲੇ ਉਹ ਇਲਾਕੇ ਜਿਹੜੇ ਇਸ ਕੇਂਦਰੀ ਪ੍ਰਬੰਧਿਤ ਪ੍ਰਦੇਸ਼ ਵਿੱਚ ਪੁਰਾਣੇ ਪੰਜਾਬੀ ਰਾਜ ਦੇ ਪੰਜਾਬੀ ਹਲਕੇ ਤੋਂ ਸ਼ਾਮਲ ਕੀਤੇ ਗਏ ਸਨ, ਪੰਜਾਬ ਨੂੰ ਦਿੱਤੇ ਜਾਣਗੇ। ਖਰੜ ਤੇ ਮੁਹਾਲੀ ਦੇ ਜਿਹੜੇ ਇਲਾਕੇ ਸੀਗੇ ਤੇ ਹਿੰਦੀ ਦੇ ਹਲਕੇ ਚੋਂ ਸ਼ਾਮਲ ਕੀਤੇ ਗਏ ਇਲਾਕੇ ਹਰਿਆਣੇ ਨੂੰ ਦਿੱਤੇ ਜਾਣਗੇ। ਸਾਰੀ ਸੁਖਣਾ ਝੀਲ ਚੰਡੀਗੜ੍ਹ ਦੇ ਹਿੱਸੇ ਵਜੋਂ ਰੱਖੀ ਜਾਵੇਗੀ ਅਤੇ ਉਹ ਪੰਜਾਬ ਨੂੰ ਦਿੱਤੀ ਜਾਏਗੀ।
ਹੁਣ ਕੈਪੀਟਲ ਪ੍ਰੋਜੈਕਟ ਏਰੀਆ ਦੇ ਕੇ, ਹਿੰਦੀ ਰੀਜਨ ਦੇ ਇਲਾਕੇ ਦੇ ਕੇ ਉਹ ਹਰਿਆਣੇ ਨੂੰ ਚਲੇ ਗਏ। ਉਹੀ ਮੈਂ ਦੱਸਿਆ ਕਿ ਉਹਦਾ ਇੰਡਸਟਰੀਅਲ ਏਰੀਆ, ਉਹਦਾ 에ਅਰਪੋਰਟ, ਉਹਦਾ ਰੇਲਵੇ ਸਟੇਸ਼ਨ, ਯਾਨੀ ਕਿ ਇੱਕ ਐਸਾ ਸ਼ਹਿਰ ਹੋਏਗਾ ਜਿਹਦਾ ਇਹਦਾ ਰੋਮ, ਜਿਹਨੂੰ ਕਹਿੰਦੇ ਵੈਟੀਕਨ ਦਾ ਸਟੇਟਸ, ਰੋਮ ਦੀ ਨਾ ਕੋਈ ਉਹਨਾਂ ਦੀ ਆਪਣੀ ਰੇਲ ਹੈ, ਨਾ ਉਹਨਾਂ ਦਾ ਹਵਾਈ ਹੈ, ਨਾ ਕੋਈ ਸਮੁੰਦਰੀ ਉਹਨਾਂ ਨੂੰ ਐਂਟਰੀ ਹੈਗੀ ਹੈ, ਉਹ ਹਾਲ ਕੀਤਾ ਗਿਆ। ਅਗਲੀ ਲਾਈਨ ਹੈ, ਉਹ ਬੜੀ ਮਹੱਤਵਪੂਰਨ ਹੈ ਇਸੇ ਚੰਡੀਗੜ੍ਹ ਦੇ ਬਾਰੇ। ਉਹ ਹੈਗਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਦਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਜਦੋਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇਗਾ ਤਾਂ ਪੰਜਾਬ ਵਿਚਲੇ ਕੁਝ ਹਿੰਦੀ ਬੋਲਣ ਵਾਲੇ ਇਲਾਕੇ ਹਰਿਆਣੇ ਨੂੰ ਦਿੱਤੇ ਜਾਣ। ਇਹਦਾ ਮਤਲਬ ਹਾਲੇ ਵੀ ਪੰਜਾਬ ਵਿੱਚ ਕੋਈ ਹਿੰਦੀ ਇਲਾਕੇ ਹੈਗੇ ਆ। ਅੱਗੇ ਹੀ ਇਸ ਦੇ ਨਾਂ ਤੇ ਕਮਿਊਨਲ ਬੇਸਿਸ ਦੇ ਉੱਤੇ 61 ਦੀ ਜਨਗਣਨਾ ਮਰਦਮਸ਼ੁਮਾਰੀ ਤੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਨੂੰ ਚਲੇ ਗਏ, ਨਿਕਲ ਗਏ, ਕੱਢ ਦਿੱਤੇ। ਕੁਝ ਹਿਮਾਚਲ ਨੂੰ ਦੇ ਦਿੱਤੇ, ਕੁਝ ਉਧਰ ਕੱਢਤੇ। ਔਰ ਫਿਰ ਅੱਗੇ ਲਿਖਿਆ ਇੱਕ ਕਮਿਸ਼ਨ ਕਾਇਮ ਕੀਤਾ ਜਾਵੇਗਾ ਜਿਹੜਾ ਇਹ ਤੈਅ ਕਰੇਗਾ ਕਿ ਚੰਡੀਗੜ੍ਹ ਦੇ ਬਦਲੇ ਪੰਜਾਬ ਦੇ ਹਿੰਦੀ ਬੋਲਣ ਵਾਲੇ ਕਿਹੜੇ ਇਲਾਕੇ ਹਰਿਆਣੇ ਵਿੱਚ ਜਾਣੇ ਚਾਹੀਦੇ ਹਨ। ਹੁਣ ਇੱਥੇ ਇੱਕ ਹੋਰ ਕਮਿਸ਼ਨ ਦਰ ਕਮਿਸ਼ਨ, ਜਦੋਂ ਕੋਈ ਕਮਿਸ਼ਨ ਬਣਦਾ ਉਹਦਾ ਮਤਲਬ ਹੈ ਕੁਝ ਹੋਰ ਨੁਕਸਾਨ ਹੋਏਗਾ। ਅਗਲੀ ਕਲੌਜ਼ ਹੈ ਚੰਡੀਗੜ੍ਹ ਨੂੰ ਵਾਸਤਵਿਕ ਤੌਰ ਤੇ ਪੰਜਾਬ ਦੇ ਹਵਾਲੇ ਕਰਨ ਅਤੇ ਉਸ ਦੇ ਬਦਲੇ ਹਰਿਆਣੇ ਨੂੰ ਇਲਾਕੇ ਦੇਣ ਦਾ ਕੰਮ ਨਾਲੋਂ ਨਾਲ 26 ਜਨਵਰੀ 1986 ਨੂੰ ਕੀਤਾ ਜਾਏਗਾ। ਇਸ ਤੋਂ ਅੱਗੇ ਬੜਾ ਮਹੱਤਵਪੂਰਨ ਹੈ ਕਿ ਪੰਜਾਬ ਤੇ ਹਰਿਆਣਾ ਸਰਹੱਦਾਂ ਵਿੱਚ ਫਿਰ ਤੋਂ ਸੋਧ ਕਰਨ ਲਈ ਦਾਅਵੇ ਅਤੇ ਜਵਾਬੀ ਦਾਅਵੇ ਹਨ। ਸਰਕਾਰ ਇਹਨਾਂ ਮਾਮਲਿਆਂ ਉੱਤੇ ਵਿਚਾਰ ਕਰਕੇ ਰਿਪੋਰਟ ਦੇਣ ਲਈ ਇੱਕ ਹੋਰ ਕਮਿਸ਼ਨ ਕਾਇਮ ਕਰੇਗੀ। ਇਸ ਦੇ ਫੈਸਲੇ ਸੰਬੰਧਿਤ ਰਾਜਾਂ ਲਈ ਮੰਨਣੇ ਲਾਜ਼ਮੀ ਹੋਣਗੇ। ਇਸ ਦੇ ਕੰਮ ਦਾ ਆਧਾਰ ਇਹ ਹੋਏਗਾ ਇੱਕ ਪਿੰਡ ਨੂੰ ਇੱਕ ਇਕਾਈ ਵਜੋਂ ਮੰਨਣਾ। ਹੁਣ ਦੇਖੋ ਤੁਸੀਂ ਇਸ ਇੱਕ ਕਲੌਜ਼ ਦੇ ਵਿੱਚ ਹੀ ਪੰਜਾਬ ਦਾ ਕਿੰਨਾ ਵੱਡਾ ਨੁਕਸਾਨ ਸੀ ਹੋਣਾ, ਜਿਹੜਾ ਕਿ ਮੈਂ ਕਹਾਂਗਾ ਵਾਹਿਗੁਰੂ ਦੀ ਅਦ੍ਰਿਸ਼ ਕਲਾ ਵਾਪਰਦੀ ਹੈ ਔਰ ਇਹ ਨੁਕਸਾਨ ਹੋਣੋਂ ਬਚ ਗਿਆ। ਇਹਦੇ ਵਿੱਚ ਕੇਵਲ ਇਹ ਨਹੀਂ ਹੈਗੀਆਂ, ਇਸ ਸਮਝੌਤੇ ਦੇ ਵਿੱਚ ਜਿਹੜੇ ਹੈਗੀਆਂ ਸੀ 11 ਕਲੌਜ਼ ਹੈਗੀਆਂ, ਇਹ ਤਾਂ ਸਿਰਫ ਇੱਕ ਹੈ। ਬਾਕੀ ਦੀਆਂ ਵੀ ਜਿਹੜੀਆਂ ਹੈਗੀਆਂ ਇੱਕ ਤੋਂ ਇੱਕ ਵੱਧ ਜਿਹੜੀਆਂ ਉਹ ਪੰਜਾਬ ਦੇ, ਸਿੱਖਾਂ ਦੇ ਔਰ ਪ੍ਰਦੇਸ਼ ਦੇ ਔਰ ਬਲਕਿ ਦੇਸ਼ ਦੇ ਹਿੱਤ ਦੇ ਵਿਰੋਧ ਵਿੱਚ ਹੈਗੀਆਂ। ਮਗਰ ਜਿਹੜੀ ਹਕੂਮਤ ਹੁੰਦੀ ਹੈ ਉਹਨੂੰ ਸ਼ਾਇਦ ਇਹ ਹੁੰਦਾ ਹੈ ਕਿ ਕੁਝ ਜਦੋਂ ਇਸ ਤਰ੍ਹਾਂ ਦੀ ਗੱਲ ਹੋਏ, ਜਦੋਂ ਹਾਰੇ ਹੋਣ, ਜਦੋਂ ਡਿੱਗੇ ਹੋਣ, ਜਦੋਂ ਉਹਨਾਂ ਦੀ ਹਾਲਾਤ ਇਦਾਂ ਦੇ ਹੋਣ ਤੇ ਟਹਿੰਦੀ ਕਲਾ ਵਿੱਚ ਹੋਣ, ਫਿਰ ਉਹਨਾਂ ਨਾਲ ਸਮਝੌਤਾ ਕਰ ਲਿਆ ਜਾਏ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਰੰਧਾਵਾ ਸਾਹਿਬ, ਇਸ ਤੋਂ ਪਹਿਲੇ ਵੀ ਹੋਇਆ। ਜਿਹੜਾ ਸਮਝੌਤਾ ਮਹਾਰਾਜਾ ਦਲੀਪ ਸਿੰਘ ਦੇ ਨਾਲ ਕੀਤਾ, ਉਹ ਉਸ ਵੇਲੇ ਨਾਬਾਲਗ ਹੈ ਔਰ ਉਸ ਵੇਲੇ ਉਹਨਾਂ ਨੇ ਡਲਹੌਜ਼ੀ ਨੇ ਉਸ ਵੇਲੇ ਸਮਝੌਤਾ ਕੀਤਾ ਔਰ ਥੋੜੀ ਦੇਰ ਬਾਅਦ कहता ਤੁਸੀਂ ਇਹ ਸਮਝੌਤਾ ਤੋੜਿਆ। ਹੁਣ ਦੇਖੋ ਸਮਝੌਤੇ ਸ਼ੁਰੂ ਤੋਂ ਹੁੰਦੇ ਰਹੇ ਹੈ ਔਰ ਬੜੇ ਅੱਛੇ ਤਰੀਕੇ ਨਾਲ ਹੋਏ ਹੈ। ਉਹ ਸਮਝੌਤੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਲਈਏ, ਸਭ ਤੋਂ ਪਹਿਲਾ ਸਮਝੌਤਾ ਜਿਹੜਾ ਹੈਗਾ ਹਕੂਮਤ ਦੇ ਨਾਲ, ਦਿੱਲੀ ਸਰਕਾਰ ਨਾਲ, ਸਾਰਾ ਦਿੱਲੀ ਦੀ ਗੱਲ ਹੈ, ਦਿੱਲੀ ਸਰਕਾਰ ਦੇ ਨਾਲ ਜਿਹੜਾ ਸਮਝੌਤਾ ਗੁਰੂ ਹਰਗੋਬਿੰਦ ਸਾਹਿਬ ਦਾ ਹੋਇਆ ਸੀ, ਜਹਾਂਗੀਰ ਦੇ ਨਾਲ ਹੋਇਆ ਸੀ। ਉਹਦੇ ਫਿਰ ਹਮ ਸਫਰ ਵੀ ਰਹੇ, ਉਸਨੇ ਵੀ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਕਰਕੇ ਮੁਖਾਤਬ ਕੀਤਾ। ਫਿਰ ਜੇਕਰ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਬਹਾਦਰ ਸ਼ਾਹ ਨਾਲ ਹੋਇਆ, ਜਦੋਂ ਫਿਰ ਉਹਨਾਂ ਨੇ ਜਾਜੋਂ ਦੀ ਲੜਾਈ 'ਚ ਉਹਦੀ ਮਦਦ ਵੀ ਕੀਤੀ ਹੈ। ਫਿਰ ਸਮਝੌਤਾ ਹੋਇਆ ਦਿੱਲੀ ਦੇ ਵਿੱਚ ਹੀ ਉਹ ਸਮਝੌਤਾ ਹੋਇਆ ਜਦੋਂ ਸਰ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਅਤੇ ਸ਼ਾਹ ਆਲਮ ਸੈਕੰਡ ਦੇ ਨਾਲ ਹੋਇਆ, ਜਿਹੜੇ ਸਮਝੌਤੇ ਕਰਕੇ ਉਸ ਵੇਲੇ ਮਸਜਿਦਾਂ ਤਾਮੀਰ ਸੀ, ਉਹਨਾਂ ਦੀ ਜਗ੍ਹਾ ਜਦੋਂ ਫਿਰ ਗੁਰਦੁਆਰੇ ਬਣਾਏ ਗਏ। ਮਹਾਰਾਜਾ ਰਣਜੀਤ ਸਿੰਘ ਦਾ ਸਮਝੌਤਾ ਸ਼ਾਹ ਸ਼ੁਜਾ ਨਾਲ ਹੋਇਆ, ਅਫਗਾਨਿਸਤਾਨ ਦੇ ਮਹਾਰਾਜੇ ਨਾਲ ਹੋਇਆ, ਜਿਹਦੇ ਬਾਅਦ ਉਹਨਾਂ ਨੇ ਕੋਹਿਨੂਰ ਹੀਰਾ ਵੀ ਲਿਆ ਔਰ ਉਸ ਨੂੰ ਉੱਥੇ ਲੁਧਿਆਣੇ ਵਿੱਚ ਸ਼ਰਨ ਲੈਣੀ ਪਈ। ਸਭ ਤੋਂ ਮਹੱਤਵਪੂਰਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਚੀਨ ਦੇ ਨਾਲ ਸਿੱਖਾਂ ਦਾ ਸਮਝੌਤਾ ਹੋਇਆ। ਰੰਧਾਵਾ ਸਾਹਿਬ, ਇਹ ਹਿਸਟਰੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਜੀ ਚੀਨ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਔਰ ਜਿਹੜੀ ਕਿ ਸਰਕਾਰੀ ਰਿਕਾਰਡ ਵਿੱਚ ਮੌਜੂਦ ਹੈ, ਸਿਲੈਕਟਡ ਵਰਕਸ ਆਫ ਜਵਾਹਰ ਲਾਲ ਨਹਿਰੂ ਦੇ ਵਿੱਚ ਉਹ ਲਿਖੀ ਹੋਈ ਚਿੱਠੀ ਹੈ ਔਰ ਬਾਰ-ਬਾਰ ਉਹਦਾ ਜ਼ਿਕਰ ਨਹਿਰੂ ਨੇ 2-3 ਵਾਰੀ ਉਹ ਜ਼ਿਕਰ ਕੀਤਾ। ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ, ਉਹਦੇ ਵਿੱਚ ਜ਼ਿਕਰ ਕੀਤਾ 3 ਧਿਰਾਂ ਹੈਗੀਆਂ ਉਸ ਦੇ ਵਿੱਚ। ਉਹਨਾਂ ਧਿਰਾਂ ਦੇ ਵਿੱਚ ਜਿਹੜਾ ਹੈਗਾ, ਇੱਕ ਪਾਸੇ ਹੈਗੀ ਹੈ ਐਮਪਰਰ ਆਫ ਚਾਈਨਾ, ਤੁਸੀਂ ਲਫ਼ਜ਼ ਦੇਖਣਾ, ਇੱਕ ਪਾਸੇ ਐਮਪਰਰ ਆਫ ਚਾਈਨਾ, ਦੂਜੀ ਧਿਰ ਹੈਗੀ ਹੈ ਐਮਪਰਰ ਆਫ ਦੀ ਵਰਲਡ, ਸ੍ਰੀ ਖਾਲਸਾ ਜੀ।
ਯਾਨੀ ਚੀਨ ਦਾ ਬਾਦਸ਼ਾਹ ਆਪਣੇ ਆਪ ਨੂੰ ਐਂਪਰਰ ਆਫ ਚਾਈਨਾ ਲਿਖ ਰਿਹਾ ਹੈ ਔਰ ਸਿੱਖਾਂ ਨੂੰ ਲਿਖ ਰਿਹਾ ਹੈ ਐਂਪਰਰ ਆਫ ਦੀ ਵਰਲਡ। ਮੈਂ ਕੋਈ ਫਿਕਸ਼ਨ ਨਹੀਂ ਦੱਸ ਰਿਹਾ, ਇਹ ਪੰਡਿਤ ਜਵਾਹਰ ਲਾਲ ਨਹਿਰੂ ਦੀ ਚਿੱਠੀ ਦੇ ਵਿੱਚ ਜ਼ਿਕਰ ਹੈ ਉਸ ਸਮਝੌਤੇ ਦਾ। ਇੱਕ ਪਾਸੇ ਐਂਪਰਰ ਆਫ ਚਾਈਨਾ, ਦੂਜੇ ਪਾਸੇ ਐਂਪਰਰ ਆਫ ਦਾ ਵਰਲਡ ਸ੍ਰੀ ਖਾਲਸਾ ਜੀ, ਉਹਦੇ ਵਿਚਕਾਰ ਸਮਝੌਤਾ ਹੋ ਰਿਹਾ ਹੈ। ਉਹਦਾ ਸਮਝੌਤਾ, ਹਾਂਜੀ, ਉਹਦਾ ਸਮਝੌਤਾ ਹੋ ਰਿਹਾ ਔਰ ਉਸ ਸਮਝੌਤੇ ਦੇ ਵਿੱਚ ਪੰਡਿਤ ਨਹਿਰੂ ਲਿਖ ਰਹੇ ਹੈ ਕਿ ਤੁਹਾਡਾ ਸਿੱਖਾਂ ਦੇ ਨਾਲ ਸਮਝੌਤਾ ਹੋਇਆ ਸੀ ਕਿ ਲੱਦਾਖ ਹਿੰਦੁਸਤਾਨ ਦਾ ਹਿੱਸਾ ਹੈਗਾ, ਤੁਸੀਂ ਉਸ ਨੂੰ ਲਾਗੂ ਕਰੋ। ਇਹ ਸਮਝੌਤਾ ਹੁੰਦਾ ਹੈ। ਅਕਾਲੀ ਦਲ ਵੇਲੇ ਵੀ ਸਮਝੌਤਾ ਹੋਇਆ, ਜਦੋਂ ਚਾਬੀਆਂ ਦਾ ਮੋਰਚਾ ਸੀ, ਬਾਬਾ ਖੜਕ ਸਿੰਘ ਦੇ ਕੋਲ ਖੁਦ ਕਮਿਸ਼ਨਰ ਆਇਆ ਔਰ ਉਹ ਚਾਬੀਆਂ ਦੇਣਾ ਚਾਹੁੰਦਾ, ਬਾਬਾ ਜੀ ਨੇ ਕਿਹਾ ਨਹੀਂ, ਮੈਂ ਸੰਗਤ ਨੂੰ ਪੁੱਛਾਂਗਾ, ਫਿਰ ਪੁੱਛ ਕੇ ਲਵਾਂਗਾ, ਫਿਰ ਇਜਾਜ਼ਤ ਲੈ ਕੇ ਲਈ। ਫਿਰ ਇਹਨਾਂ ਦਾ ਜਦੋਂ ਸਮਝੌਤਾ ਹੋਇਆ, ਇਹਨਾਂ ਦੀਆਂ ਸ਼ਰਤਾਂ ਦੇ ਉੱਤੇ ਡਰਾਫਟ ਇਹਨਾਂ ਨੇ ਤਿਆਰ ਕੀਤਾ, ਜਿਹੜਾ ਗੁਰਦੁਆਰਾ ਐਕਟ ਬਣਿਆ। ਇਹ ਸਾਰਾ ਕੁਝ ਹੋਇਆ ਔਰ ਉਹਦੇ ਬਾਅਦ ਜਿਹੜਾ ਹੈਗਾ ਆਜ਼ਾਦੀ, ਦੇਸ਼ ਦੀ ਵੰਡ ਦੇ ਬਾਅਦ ਵੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਮਝੌਤਾ ਹੋਇਆ ਮਾਸਟਰ ਤਾਰਾ ਸਿੰਘ ਜੀ ਨਾਲ ਔਰ ਉਹਦਾ ਨਹਿਰੂ ਤਾਰਾ ਸਿੰਘ ਪੈਕਟ ਕਰਕੇ ਹੈ ਔਰ ਉਹਦੇ ਵਿੱਚ ਇੱਕ ਸ਼ਰਤ ਮੰਨੀ ਗਈ ਕਿ ਸਰਕਾਰ ਗੁਰਦੁਆਰਿਆਂ ਵਿੱਚ ਦਖਲ ਨਹੀਂ ਦੇਗੀ। ਇਹ ਸ਼ਰਤ ਲਿਖੀ ਗਈ। ਮਗਰ ਹੁੰਦਾ ਕੀ ਰਿਹਾ? ਉਹਦੀ ਪਹਿਲੀ ਗੱਲ ਤਾਂ ਕਿ ਇਹ ਮੰਨਦੀ ਹੈ ਸਰਕਾਰ ਕਿ ਦਖਲ ਦਿੰਦੀ ਰਹੀ, ਦੂਸਰੀ ਇਹ ਹੈ ਕਿ ਅੱਗੋਂ ਨਹੀਂ ਦੇਵਾਂਗੇ। ਪਰ ਗੱਲ ਫਿਰ ਉਹੀ ਹੈ, ਕੋਈ ਵੀ ਸਮਝੌਤਾ ਤੁਸੀਂ ਤਾਕਤ ਹੋਏਗੀ ਤੇ ਉਹਨੂੰ ਲਾਗੂ ਵੀ ਕਰਾ ਲਓਗੇ, ਨਹੀਂ ਤਾਂ ਕੋਰਟ ਚੋਂ, ਅਦਾਲਤ ਚੋਂ ਤੁਹਾਨੂੰ ਡਿਗਰੀ ਵੀ ਮਿਲ ਜਾਏਗੀ, ਲਾਗੂ ਕਿੱਦਾਂ ਕਰੋਗੇ? ਦੂਸਰੀ ਗੱਲ, ਮੈਂ ਲੀਡਰਸ਼ਿਪ ਦੇ ਉੱਤੇ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਇੱਕੋ ਲਫ਼ਜ਼, ਇੱਕੋ ਸ਼ੇਅਰ ਹੈ ਜਿਹੜਾ ਅਸਲ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮੁਖਾਤਬ ਕਰਕੇ ਪਾਰਲੀਮੈਂਟ ਦੇ ਵਿੱਚ ਪੜ੍ਹਿਆ ਗਿਆ ਸੀ ਔਰ ਉਹ ਬਿਲਕੁਲ ਢੁਕਦਾ ਹੈ ਵਕਤ ਦੇ ਹਾਲਾਤ ਦੇ ਉੱਤੇ। ਉਹ ਕਿਹਾ ਗਿਆ, ਤੂੰ इधर उधर की बात ना कर, ये बता कि काफिला लुटा क्यों, हमें राजधानी का गम नहीं, तेरी रहबरी का सवाल है। ਤੁਸੀਂ ਗੱਲ ਕੀਤੀ ਹੈ ਦੇਸ਼ ਦੇ ਬਟਵਾਰੇ ਵੇਲੇ ਕਿਉਂ ਨਹੀਂ ਕੀਤਾ? ਦੇਸ਼ ਦਾ ਬਟਵਾਰਾ ਹੋਇਆ। ਹੁਣ ਇਹਦੇ ਵਿੱਚ ਦੇਖੋ ਅਸਲੀਅਤ ਹੈ ਕਿ ਜਿਹੜੀ ਤੱਥ ਇੱਕ ਬੜਾ ਸਾਹਮਣੇ ਆਉਣਾ ਚਾਹੀਦਾ, ਲੋੜ ਹੈ ਇਸ ਗੱਲ ਦੀ ਕਿ ਕਾਂਗਰਸ ਨੇ, ਮਹਾਤਮਾ ਗਾਂਧੀ ਨੇ ਕਿਹਾ ਕਿ ਇਹ ਭਾਰਤ ਮਾਤਾ ਮੇਰੀ ਮਾਂ ਹੈ, ਇਹ ਮੈਂ ਇਸ ਦੇ ਟੁਕੜੇ ਨਹੀਂ ਕਰ ਸਕਦਾ। ਵਾਅਦਾ ਕਰਦੇ ਰਹੇ, ਲਿਖਦੇ ਰਹੇ, ਸਭ ਕੁਝ ਕਰਦੇ ਰਹੇ। ਮਗਰ ਸਭ ਤੋਂ ਪਹਿਲੇ ਦੇਸ਼ ਦੀ ਵੰਡ ਜਿਹੜੀ ਹੈ, ਇਹ ਭਾਰਤੀ ਜਨਤਾ ਪਾਰਟੀ ਦੀ ਬੁਨਿਆਦੀ ਜਿਹੜੀ ਧਿਰ ਸੀਗੀ ਹਿੰਦੂ ਮਹਾਸਭਾ ਨੇ ਕੀਤੀ। ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤੇ ਕਿ ਦੇਸ਼ ਦੀ ਵੰਡ ਹੋਣੀ ਚਾਹੀਦੀ ਹੈ ਔਰ ਜਿਹੜੀ ਕਿ ਉਹਨਾਂ ਦੀ ਸੁਰ, ਇਹਨਾਂ ਦੀ ਹਿੰਦੂ ਮਹਾਸਭਾ ਦੀ ਤੇ ਮੁਸਲਿਮ ਲੀਗ ਦੀ ਸੁਰ ਇੱਕੋ ਸੀ, ਕੋਈ ਫਰਕ ਨਹੀਂ ਸੀ। ਸਿੱਖ ਇਸ ਵੰਡ ਦੇ ਵਿਰੋਧੀ ਸਨ। ਉਹਨਾਂ ਦਾ ਇਹ ਕਹਿਣਾ ਸੀ, ਅਗਰ ਦੇਸ਼ ਦੀ ਵੰਡ ਹੁੰਦੀ ਹੈ, ਸਿੱਖ ਅੱਗੇ ਹੀ ਬਹੁਤ ਛੋਟੀ ਗਿਣਤੀ ਹੈ, ਜੇਕਰ ਇਹ ਵੰਡ ਹੋਏਗੀ 80 ਲੱਖ ਸਿੱਖਾਂ ਦੀ ਟੋਟਲ ਆਬਾਦੀ ਹਿੰਦੁਸਤਾਨ ਦੀ ਹੈ, 50 ਲੱਖ ਪਾਕਿਸਤਾਨ ਚਲੇ ਜਾਣਗੇ, 30 ਲੱਖ ਹਿੰਦੁਸਤਾਨ ਆ ਜਾਣਗੇ, ਇਹ ਦੇਸ਼ ਦੀ ਵੰਡ ਨਹੀਂ ਹੋਏਗੀ, ਸਿੱਖਾਂ ਦੀ ਵੰਡ ਹੋਏਗੀ। ਅਸੀਂ ਇਸ ਨੂੰ ਨਹੀਂ ਮੰਨ ਸਕਦੇ। ਮਗਰ ਅਖੀਰ ਦੇ ਵਿੱਚ ਕਾਂਗਰਸ ਨੇ ਧੋਖਾ ਦਿੱਤਾ, ਧੋਖਾ ਦੇ ਕੇ ਉਹਨਾਂ ਨੇ ਦੇਸ਼ ਦੀ ਵੰਡ ਮੰਨ ਲਈ ਔਰ ਜਿਹਦੇ ਕਰਕੇ ਉਹ ਤੁਹਾਨੂੰ ਪਤਾ ਹੀ ਹੈ, ਫਿਰ ਉਸ ਤੋਂ ਬਾਅਦ ਜਿੰਨੇ ਫਸਾਦ ਹੋਏ, 2.5 ਲੱਖ ਹਿੰਦੂ ਸਿੱਖ ਉੱਥੇ ਮਾਰੇ ਗਏ, 5 ਲੱਖ ਮੁਸਲਮਾਨ ਮਾਰੇ ਗਏ, ਜਿਹੜੇ ਮਰੇ ਆ ਪੰਜਾਬੀ ਮਰੇ ਆ, ਬੰਗਾਲੀ ਮਰੇ ਆ, ਜਿਹੜੇ ਸਰਹੱਦ ਦੇ ਸੀਗੇ। ਬਾਕੀ ਜਿਹੜੇ ਇਲਾਕੇ ਹੈ ਉਹਨਾਂ ਨੂੰ ਉਸ ਚੀਜ਼ ਦਾ ਅਹਿਸਾਸ ਨਹੀਂ ਹੈ। ਸੋ ਗੱਲ ਇਹ ਹੈ, ਬਜਾਏ ਇਸ ਦੇ ਉਹ ਜਿਹੜੀ ਕਲੋਜ਼ਰ ਹਾਲੇ ਤੱਕ ਨਹੀਂ ਹੋਈ। ਅਜੇ ਵੀ ਜਦੋਂ ਕਿਧਰੇ ਦੋ ਧਿਰਾਂ ਮਿਲਦੀਆਂ, ਦੋ ਵਿਅਕਤੀ ਮਿਲਦੇ ਆ, ਧਰਮ ਉਹਨਾਂ ਦਾ ਕੋਈ ਹੋਏ, ਮਜ਼ਹਬ ਕੋਈ ਹੋਏ, ਉਹਨਾਂ ਦਾ ਵੇਗ ਜਿਹੜਾ ਹੈ, ਉਹਨਾਂ ਦੇ ਦਰਦ ਜਿਹੜਾ ਹੈ, ਉਹ ਅਥਰੂ ਬਣ ਕੇ ਬਾਹਰ ਆ ਜਾਂਦਾ। ਸੋ ਸਵਾਲ ਇਹ ਹੈ, ਉਹ ਜਿਹੜੀ ਅਸਲੀਅਤ ਹੈ। ਪਰ ਗੱਲ ਇਹ ਹੈ, ਉਸ ਤੋਂ ਪਹਿਲੇ ਜਿਹੜੇ ਸਰਕਾਰ, ਉਸ ਤੋਂ ਬਾਅਦ ਸਰਕਾਰ ਨੇ ਸਮਝੌਤੇ ਕੀਤੇ ਹੈ, ਜਿਹੜੇ ਹੋਰ ਕਿੰਨੇ ਕੀਤੇ ਹੈ। ਸਭ ਤੋਂ ਇੱਕ ਵੱਡੀ ਗੱਲ ਹੈ, ਮੈਂ ਪਿੱਛੇ ਜ਼ਿਕਰ ਕਰ ਰਿਹਾ ਸੀ, ਸਰਦਾਰ ਸਰਨ ਸਿੰਘ ਚੀਫ ਸੈਕਟਰੀ ਸੀਗੇ ਬਿਹਾਰ ਗਵਰਨਮੈਂਟ ਦੇ। ਪਟਨਾ ਦੇ ਵਿੱਚ, ਪਟਨਾ ਸਾਹਿਬ ਵਿੱਚ ਕੋਈ ਸੈਮੀਨਾਰ ਹੋਇਆ, ਉਹ ਖੜੇ ਹੋਏ ਬੀਇੰਗ ਚੀਫ ਸੈਕਟਰੀ। ਉਹਨਾਂ ਨੇ ਇਹ ਕਿਹਾ, ਕਹਿੰਦੇ ਅਸੀਂ ਸਰਕਾਰ ਕੋਲੋਂ ਕੁਝ ਨਹੀਂ ਮੰਗਦੇ, ਕੋਈ ਮੰਗ ਨਹੀਂ ਮੰਨਦੇ। ਹੁਣੇ ਹੀ ਉਹਨਾਂ ਦੇ ਦੇਹਾਂਤ ਹੋਇਆ, ਗੁਜ਼ਰੇ ਹੈ ਕੁਝ ਦਿਨ ਪਹਿਲੇ। ਉਹ 2 ਮਹੀਨੇ ਬਾਅਦ ਉਹਨਾਂ ਨੇ 100 ਸਾਲ ਦਾ ਹੋਣਾ ਸੀਗਾ। ਜੀ ਬਿਲਕੁਲ, ਸਰ ਸਰਨ ਸਿੰਘ। ਔਰ ਉਹਨਾਂ ਨੇ ਇੱਕੋ ਗੱਲ ਕਹੀ, ਕਹਿੰਦੇ ਮੇਰੀ ਸਰਕਾਰ ਨੂੰ ਇੱਕੋ ਗੁਜ਼ਾਰਿਸ਼ ਹੈ, ਸਾਨੂੰ ਕੁਝ ਨਾ ਦਿਓ, ਕੋਈ ਗੱਲ ਨਾ ਕਰੋ, ਸਾਨੂੰ ਬਤੌਰੇ ਸਿੱਖ ਦੇ ਇਸ ਮੁਲਕ ਵਿੱਚ ਰਹਿਣ ਦਿੱਤਾ ਜਾਏ, ਬਸ ਇਹ ਮੰਗ ਹੈ। ਹੁਣ ਸਵਾਲ ਇਹ ਹੈ ਕਿ ਜੇ ਅਗਰ ਇਹ ਗੱਲ ਕਹਿੰਦੇ ਹੈ,
ਪਿੱਛੇ ਵੀ ਇਸ ਪ੍ਰੋਗਰਾਮ ਵਿੱਚ ਦੱਸਿਆ ਗਿਆ ਜੀ ਕਿ ਗੋਲਵਾਲਕਰ ਨੇ ਇਹ ਕਿਹਾ ਹੈ, ਗੁਰੂ ਗੋਲਵਾਲਕਰ ਨੇ ਕਿਹਾ ਕਿ ਜੀ ਪੰਜਾਬ ਦੇ ਵਿੱਚ ਅਮਨ ਚਾਹੀਦਾ ਤੇ ਪੰਜਾਬੀ ਹਿੰਦੂਆਂ ਨੂੰ ਆਪਣੀ ਬੋਲੀ ਪੰਜਾਬੀ ਲਿਖਾਣੀ ਪਏਗੀ। ਮਗਰ ਅੱਧੀ ਲਾਈਨ ਦੱਸੀ ਗਈ ਹੈ, ਅਗਲੀ ਲਾਈਨ ਉਹਨਾਂ ਨੇ ਕਹੀ ਹੈ ਕਿ ਅਗਰ ਪੰਜਾਬ ਦੇ ਵਿੱਚ ਅਮਨ ਚਾਹੀਦਾ ਸਿੱਖਾਂ ਨੂੰ ਹਿੰਦੂ ਲਿਖਣਾ ਪਏਗਾ। ਭਾਰਤ ਸਰਕਾਰ ਨੇ ਮੰਨਿਆ, ਵੈਂਕਟਾਚਲਈਆ ਕਮਿਸ਼ਨ ਬਣਾਇਆ ਕਿ ਇਹ ਵਾਕਈ ਧਾਰਾ 25 ਜਿਹੜੀ ਹੈ ਇਹਦੀ ਜਿਹੜੀ ਸ਼ਬਦਾਵਲੀ ਹੈ ਭੁਲੇਖਾ ਪਾਊ ਹੈ। ਜੇ ਸਰਕਾਰ ਅਗਰ ਵਾਕਈ ਚਾਹੁੰਦੀ ਹੈ ਤੇ ਉਹ ਵੈਂਕਟਾਚਲਈਆ ਕਮਿਸ਼ਨ ਦੀ ਰਿਪੋਰਟ ਬਣੀ ਪਈ ਹੈ, ਉਹ ਕਿਉਂ ਨਹੀਂ ਦੇ ਦਿੰਦੇ? ਕੀ ਲਾਗੂ ਕਰਨ? ਲੋਂਗੋਵਾਲ ਸਮਝੌਤਾ ਉਸੇ ਦਿਨ ਪਾਰਲੀਮੈਂਟ 'ਚ ਪੇਸ਼ ਹੋ ਜਾਂਦਾ। ਪਰ ਜਿਹੜੀ ਕਮਿਸ਼ਨ ਸਰਕਾਰ ਖੁਦ ਬਣਾਉਂਦੀ ਹੈ, ਇਹਦਾ ਮਤਲਬ ਹੈਗਾ ਕਿ ਉਹਨਾਂ ਦੀ ਨੀਅਤ ਇਹ ਹੈ ਕਿ ਕਿਵੇਂ ਨਾ ਕਿਸ ਤਰੀਕੇ ਦੇ ਨਾਲ ਅਸਲੀ ਮੁੱਦੇ ਨੂੰ ਬਾਹਰ ਰੱਖ ਕੇ ਤੁਹਾਨੂੰ ਫਲਾਣੀ ਚੀਜ਼ ਕਰਤੀ, ਫਲਾਣੀ ਦੇਤੀ, ਇਹ ਕਰਤੀ, ਉਹ ਹੋ ਗਈ। ਯਾਨੀ ਉਹ ਗੁਰਬਚਨ ਸਿੰਘ ਨਿਧੜਕ ਦੀ ਗੱਲ ਹੈਗੀ ਹੈ ਕਿ ਉਹ ਉਹਦੇ 'ਚ ਉਲਝਾਈ ਰੱਖੋ, ਔਰ ਇਹਨਾਂ ਨੂੰ ਪਤਾ ਹੈਗਾ ਇਹਨਾਂ 'ਚੋਂ ਬੰਦੇ ਆ ਕੇ ਤਾੜੀਆਂ ਮਾਰ ਦੇਣਗੇ, ਤੁਹਾਡੀ ਵਾਹ ਕਰ ਦੇਣਗੇ। ਬਿਲਕੁਲ ਲਾਂਬਾ ਸਾਹਿਬ, ਸਵਾਲ ਤਾਂ ਤੁਸੀਂ ਇੰਨੇ ਕੁ ਉਠਾਤੇ ਆ ਕਿ ਜੇ ਉਹਨਾਂ ਨੂੰ ਐਲੈਬੋਰੇਟ ਕਰਨ ਲੱਗੀਏ, ਮੇਰੇ ਖਿਆਲ ਇਹ ਦਰਦ ਦੀ ਹੈ। ਇਹ ਤਾਂ ਕਿਸੇ ਵੀ ਰੂਪ ਦੇ ਵਿੱਚ ਪ੍ਰਗਟ ਹੋਣਾ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੇ ਆਪ ਨੂੰ ਛੁਪਾ ਥੋੜੀ ਸਕਦੇ ਹੋ। ਸੱਚ ਤਾਂ ਸੱਚ ਹੈ, ਇਤਿਹਾਸਿਕ ਤੱਥ ਕਿਧਰੇ ਕੋਨਿਆਂ 'ਚ ਥੋੜੀ ਰਹਿ ਜਾਂਦੇ, ਉਹ ਤਾਂ ਕੋਠੇ ਚੜ ਕੇ ਬੋਲਦੇ। ਪਰ ਫਿਰ ਵੀ ਇੱਕ ਆਖਰੀ ਗੱਲ ਜਿਹੜੀ ਮੈਂ ਤੁਹਾਡੇ ਤੋਂ ਪੁੱਛਣੀ, ਬਹੁਤ ਛੋਟੇ ਸੰਖੇਪ, ਹਾਲਾਂਕਿ ਤੁਹਾਡੀ ਕੋਈ ਦਿਲਚਸਪੀ ਉਹਦੇ 'ਚ ਹੈ ਨਹੀਂ, ਮੈਨੂੰ ਪਤਾ ਹੈ। ਤੁਸੀਂ ਤਾਂ ਪਹਿਲਾਂ ਹੀ ਕਿਹਾ ਕਿ ਕੁਦਰਤ ਦਾ ਕੋਈ ਭਾਣਾ ਸੀ, ਕਲਾ ਵਾਪਰ ਗਈ ਵੀ ਇਹ ਲਾਗੂ ਨਹੀਂ ਹੋਇਆ। ਪਰ ਤੁਸੀਂ ਕਾਫੀ ਸਰਗਰਮ ਸੀ 86 ਵਿੱਚ, 86 ਦੇ ਵਿੱਚ ਤੁਹਾਡੀ ਸਰਗਰਮੀ ਕਾਫੀ ਸੀ। ਉਦੋਂ ਜਦੋਂ ਅਨਾਉਂਸਮੈਂਟ ਹੋਣ ਵਾਲੀ ਸੀ, ਬਰਨਾਲਾ ਸਰਕਾਰ ਸੀ, ਉਦੋਂ ਕੀ ਵਾਪਰਿਆ? ਆਖਰ ਬਰਨਾਲਾ ਨੇ ਨਾ ਤਾਂ ਅਸਤੀਫਾ ਦਿੱਤਾ, ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਬਤੌਰ ਸੀਐਮ। ਇਹ ਚੀਜ਼ਾਂ ਕਿਵੇਂ ਵਾਪਰਦੀਆਂ ਕਿਵੇਂ ਟਲ ਗਈਆਂ? ਉੱਥੇ ਮੈਨੂੰ ਦੱਸਿਓ, ਜੇ ਕੋਈ ਲੁਕਵੇਂ ਤੱਥ ਹੈਗੇ ਆ, ਕੋਈ ਲੁਕਵੇਂ ਪੱਖ ਆ ਤਾਂ ਦੱਸਿਓ ਜ਼ਰਾ। ਛੁਪੀਆਂ ਕਿਉਂ ਰਹਿ ਗਈਆਂ ਚੀਜ਼ਾਂ? ਆਖਰ ਵਾਪਰਿਆ ਕਿਉਂ ਨਹੀਂ? ਦੇਖੋ, ਜਦੋਂ 1984 ਦੇ ਵਿੱਚ ਕੱਲੂਕਾਰਾ ਹੁੰਦਾ, ਉਹ ਕਿਉਂਕਿ ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ। ਇਹ ਜਿਹੜਾ ਸਮਝੌਤਾ ਕੀਤਾ ਗਿਆ, ਜਿਹੜਾ ਕਿ ਮੈਂ ਫਿਰ ਦੁਬਾਰਾ ਕਹਿਣਾ ਕਿ ਪੰਜਾਬ ਵਿਰੋਧੀ ਸਮਝੌਤਾ ਸੀ, ਸਿੱਖ ਵਿਰੋਧੀ ਸਮਝੌਤਾ ਸੀ। ਜਿਹੜੀਆਂ ਬੁਨਿਆਦੀ ਮੰਗਾਂ ਸੀ ਉਹਦੇ 'ਚ ਉਹ ਗੱਲ ਹੀ ਨਹੀਂ ਸੀ। ਜਿਸ ਚੀਜ਼ ਤੋਂ ਲੈ ਕੇ ਅਕਾਲੀ ਦਲ ਨੇ ਐਜੀਟੇਸ਼ਨ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਜੀ, ਸਤਲੁਜ ਯਮੁਨਾ ਲਿੰਕ ਜਿਹੜੀ ਕੈਨਾਲ ਹੈ ਬਣਾਈ ਜਾਏਗੀ, ਇਸ ਸਮਝੌਤੇ ਵਿੱਚ ਲਿਖਿਆ ਕਿ ਉਹ ਨਹਿਰ ਜਿਹੜੀ ਹੈ ਪੰਜਾਬ ਸਰਕਾਰ ਬਣਾਏਗੀ। ਇਹ ਵੀ ਸਮਝੌਤੇ ਵਿੱਚ ਹੈਗਾ। ਕੋਈ ਮੰਗ ਇਹਨਾਂ ਦੀ ਨਹੀਂ ਮੰਨੀ ਗਈ, ਕੋਈ ਇਸ਼ੂ ਨਹੀਂ ਸੀਗਾ। ਔਰ ਉਹ ਉਸ ਦੇ ਬਾਅਦ ਇਹ ਤਾਂ ਸੀ ਸਾਹਮਣੇ। ਦੂਜੀ ਚੀਜ਼ ਜਿਹੜੀ ਸੀਗੀ ਕੀਤੀ ਜਾਣੀ, ਉਹ ਸੀਗੀ ਇਹਨਾਂ ਦੀ ਇੱਕ ਮੰਗ ਸੀ ਆਲ ਇੰਡੀਆ ਗੁਰਦੁਆਰਾ ਐਕਟ। ਉਸ ਨੂੰ ਵੀ ਜਿਸ ਢੰਗ ਨਾਲ ਮਨਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਇੱਕ ਦਾਲਮ ਕਮੇਟੀ ਰਿਪੋਰਟ ਬਣੀ, ਨੱਥਾ ਸਿੰਘ ਦਾਲਮ ਕਮੇਟੀ ਰਿਪੋਰਟ। ਮੈਂ ਇਹਦੇ ਨਾਲ ਲਿੰਕਡ ਹੈ। ਜਦੋਂ ਨੱਥਾ ਸਿੰਘ ਦਾਲਮ ਕਮੇਟੀ ਰਿਪੋਰਟ ਬਣੀ, ਉਹਦੇ ਵਿੱਚ ਲਿਖਿਆ ਗਿਆ ਕਿ ਕਮੇਟੀ ਦੀ ਲੋੜ ਕਿਉਂ ਹੈ। ਔਰ ਤੁਸੀਂ ਹੈਰਾਨ ਹੋਵੋਗੇ, ਉਹਦੇ ਲਫ਼ਜ਼ ਲਿਖੇ ਗਏ ਕਿ ਪਿਛਲੇ ਹਾਲਾਤ ਦੱਸਦੇ ਹੈ ਕਿ ਗੁਰਦੁਆਰਿਆਂ ਦੇ ਸੈਕੂਲਰਾਈਜੇਸ਼ਨ ਦੀ ਲੋੜ ਹੈ। ਸਵਾਲ ਹੈ ਕਿ ਮਸਜਿਦ ਕਿਵੇਂ ਸੈਕੂਲਰ ਹੋਏਗੀ? ਹਿੰਦੂ ਮੰਦਿਰ ਕਿਵੇਂ ਸੈਕੂਲਰ ਹੋਏਗਾ? ਇਹ ਕੋਈ ਕਲੱਬ ਥੋੜੀ ਹੈ। ਗੁਰਦੁਆਰਾ ਕਿੱਦਾਂ ਸੈਕੂਲਰ ਹੋਏਗਾ? ਇਹ ਹੋ ਹੀ ਨਹੀਂ ਸਕਦਾ। ਮੇਰਾ ਬਾਪ ਹੈ, ਸਭ ਦਾ ਨਹੀਂ ਹੋ ਸਕਦਾ। ਠੀਕ ਹੈ, ਇੱਜ਼ਤ ਕਰਨੀ ਕਿਸੇ ਦੀ, ਤੇ ਜਿਹੜਾ ਸਿੱਖ ਧਰਮ ਹੈ ਆਜ਼ਾਦ ਧਰਮ ਹੈ, ਇਸਲਾਮ ਆਜ਼ਾਦ ਧਰਮ ਹੈ, ਹਿੰਦੂਇਜ਼ਮ ਆਜ਼ਾਦ ਹੈ, ਸਾਰੇ ਧਰਮਾਂ ਦੀ ਆਜ਼ਾਦੀ ਹੈ। ਮਗਰ ਇਹ ਕਹਿਣਾ ਕਿ ਗੁਰਦੁਆਰਿਆਂ ਨੂੰ ਸੈਕੂਲਰ ਕੀਤਾ ਜਾਏਗਾ। ਔਰ ਉਸ ਵੇਲੇ ਜ਼ੈਲ ਸਿੰਘ ਜਿਹੜੇ ਸੀਗੇ ਪ੍ਰੈਜ਼ੀਡੈਂਟ, ਉਹਨਾਂ ਨੇ ਵੀ ਇੱਕ ਬਿਆਨ ਦੇ ਦਿੱਤਾ ਕਿ ਜੇ ਬਾਬਾ ਫਰੀਦ ਦੀ ਬਾਣੀ ਅਗਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਨਾਂ ਨੂੰ ਮੈਂਬਰ ਕਿਉਂ ਨਹੀਂ ਬਣਾਇਆ ਜਾ ਸਕਦਾ? ਸੋ ਜਦੋਂ ਕੌਮਾਂ ਸਾਹ ਸਤਹੀਣ ਹੋ ਜਾਂਦੀਆਂ, ਜਦੋਂ ਕਮਜ਼ੋਰ ਹੋ ਜਾਂਦੀਆਂ, ਜਦੋਂ ਉਹਨਾਂ ਦੇ ਅੰਦਰ ਸ਼ਕਤੀਹੀਣ ਹੋ ਜਾਂਦੀਆਂ, ਫਿਰ ਸਰਕਾਰਾਂ, ਜਿਵੇਂ ਅੰਗਰੇਜ਼ਾਂ ਨੇ ਆਉਣ ਦੇ ਵੇਲੇ ਪੁੱਛਿਆ ਸੀ ਇਕੱਠੇ ਕਰਕੇ ਕਿ ਤੁਸੀਂ ਦੱਸੋ, ਤੁਸੀਂ ਆਪਣੇ ਤੇ ਰਾਜ ਜਿਹੜਾ ਕਲਮ ਨਾਲ ਚਾਹੁੰਦੇ ਹੋ ਕਿ ਤਲਵਾਰ ਨਾਲ ਚਾਹੁੰਦੇ ਹੋ? ਇਹ ਫਿਰ ਚॉइस ਦਿੰਦੇ ਆ, ਚॉइस ਹੁੰਦੀ ਹੈ, ਤੁਸੀਂ ਕਿੱਦਾਂ ਚਾਹੁੰਦੇ ਹੋ ਆਪਣੇ ਤੇ ਤੁਹਾਡੇ ਤੇ ਰਾਜ ਕੀਤਾ ਜਾਏ। ਉਸ ਵੇਲੇ ਉਹ ਦਾਲਮ ਕਮੇਟੀ ਨੇ ਫਿਰ ਜਿਹੜਾ ਡਰਾਫਟ ਬਣਾਇਆ, ਔਰ ਉਹ ਇਤਨਾ ਖਤਰਨਾਕ ਡਰਾਫਟ ਹੈ, ਅਗਰ ਉਸ ਨੂੰ ਅੱਜ ਪੜਿਆ ਜਾਏ, ਮਗਰ ਉਹ ਵੀ ਬਸ ਆਰਕਾਈਵ ਦਾ ਹਿੱਸਾ ਹੈਗਾ, ਉਹ ਲੁਕਿਆ ਹੋਇਆ, ਉਹ ਕਿਸੇ ਦੇ ਸਾਹਮਣੇ ਨਹੀਂ। ਉਹ ਵੀ ਇਸ ਤਰ੍ਹਾਂ ਹੋਇਆ, ਨਾ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਗਿਆ ਕਿਉਂਕਿ ਅਕਾਲੀ ਦਲ 2 ਹਿੱਸਿਆਂ 'ਚ ਵੰਡ ਚੁੱਕਾ ਸੀਗਾ, ਤੇ ਉਹ ਨਾ ਉੱਥੇ ਦਿੱਤਾ ਗਿਆ,
ਨਾ ਕਿਸੇ ਹੋਰ ਨੂੰ ਦਿੱਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਕਰਾਇਆ ਗਿਆ, ਸਰਦਾਰ ਸੁਰਜੀਤ ਸਿੰਘ ਜੀ ਮਨਹਾਸ ਉਹਦੇ ਵਿੱਚ ਸੀਗੇ, ਉਹਨਾਂ ਦੇ ਉਹ ਸੈਮੀਨਾਰ ਕਰਾਇਆ ਗਿਆ। ਔਰ ਉਹਦੇ ਬਾਅਦ ਆਤਮਾ ਸਿੰਘ ਜਿਹੜੇ ਉਸ ਵੇਲੇ ਸੀਗੇ ਅਕਾਲੀ ਦਲ ਦੇ ਸਰਗਰਮ, ਉਹਨਾਂ ਦੇ ਅੰਦਰ ਪੰਥਕ ਜਜ਼ਬਾ ਸੀ, ਉਹਨਾਂ ਨੂੰ ਉਹਦੀ ਭਿਣਕ ਮਿਲ ਗਈ, ਉਹਨਾਂ ਨੂੰ ਕਾਪੀ ਮਿਲ ਗਈ। ਉਹਨਾਂ ਨੇ ਅਜੀਤ ਦੇ ਵਿੱਚ ਇੱਕ ਲੇਖ ਲਿਖਿਆ ਕਿ ਬੜਾ ਖਤਰਨਾਕ ਹੈ, ਜਿਵੇਂ ਇਸ ਸਮਝੌਤੇ ਦਾ ਹਸ਼ਰ ਹੋਇਆ ਉਸ ਦਾ ਵੀ ਉਹੀ ਅਸਰ ਹੋਇਆ ਔਰ ਉਹ ਲਾਗੂ ਹੁੰਦਾ ਹੁੰਦਾ ਰਹਿ ਗਿਆ। ਨਹੀਂ ਤੇ ਅੱਜ ਗੁਰਦੁਆਰੇ ਵੀ ਸਾਡੇ ਸਾਰੇ ਸੈਕੂਲਰ ਹੋ ਜਾਣੇ ਸੀ। ਸੋ ਇਹ ਇੱਕ ਨਹੀਂ ਹੈ, ਯਾਨੀ ਸ਼ਾਇਦ ਲੱਗਦਾ ਹੈ ਜਿਹੜੀਆਂ ਸਰਕਾਰਾਂ ਨੂੰ ਕਿ ਹੁਣ ਮੌਕਾ ਹੈ, ਹੁਣ ਜੋ ਮਰਜ਼ੀ ਅਸੀਂ ਕਰ ਲਈਏ। ਪਰ ਫਿਰ ਮੈਂ ਉੱਥੇ ਹੀ ਆਂਦਾ ਕਿ ਜਿਵੇਂ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ, ਅਕਾਲੀ ਜਿਹੜੇ ਅਕਾਲ ਪੁਰਖ ਨੂੰ ਮੰਨਣ ਵਾਲੇ, ਜਿਹਦੇ ਬਾਰੇ ਕਿਹਾ ਗਿਆ ਰਾਖਾ ਆਪ ਅਕਾਲ ਅਕਾਲੀਆਂ ਦਾ। ਬਹੁਤ ਮਿਹਰਬਾਨੀ ਲਾਂਬਾ ਸਾਹਿਬ, ਕਾਫੀ ਵਿਸਥਾਰ ਤੁਸੀਂ ਦੱਸਿਆ। ਮੈਨੂੰ ਲੱਗਦਾ ਹੈ ਕਿ ਇੱਕ ਪਹਿਲੂ ਰਹਿੰਦਾ ਹੈ ਕਿ ਉਹ 86 ਨੂੰ ਵਾਪਰਿਆ ਕੀ ਸੀ, ਆਪਾਂ ਫੇਰ ਕਿਸੇ ਦਿਨ ਇਸ ਮਾਮਲੇ 'ਚ ਗੱਲ ਕਰਾਂਗੇ। ਲੇਕਿਨ ਮੈਨੂੰ ਲੱਗਦਾ ਹੈ ਕਿ ਮੈਂ ਇਹ ਦੱਸ ਦਿਆਂ, ਮੈਂ ਉਸ ਵੇਲੇ ਇੱਥੇ ਹੈ ਨਹੀਂ ਸੀਗਾ, ਪੰਜਾਬ ਬਿਹਾਰ ਵਿੱਚ ਸੀਗਾ। ਉਹ ਇੱਥੇ ਦੇ ਕਿਸੇ ਬੰਦੇ ਨੂੰ ਪੁੱਛ ਲਓ, ਜ਼ਿਆਦਾ ਚੰਗਾ ਰਹੇਗਾ। ਮਿਹਰਬਾਨੀ ਜੀ।